ਮੇਰਾ ਨਾਮ ਰੋਹਿਤ ਹੈ। ਸਾਡੇ ਘਰ ਵਿੱਚ ਮੈਂ ਤੇ ਮੇਰੇ ਪਿਤਾ ਜੀ ਰਹਿੰਦੇ ਸਨ। ਮੇਰੇ ਪਿਤਾ ਜੀ ਦੀ ਤਬੀਅਤ ਕੁਝ ਦਿਨਾਂ ਤੋਂ ਖਰਾਬ ਰਹਿਣ ਲੱਗੀ ਸੀ। ਮੇਰੀ ਮਾਂ ਵੀ ਕੁਝ ਸਾਲ ਪਹਿਲਾਂ ਹੀ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਈ ਸੀ। ਬਸ ਐਵੇਂ ਹੀ ਵਕਤ ਗੁਜ਼ਰਦਾ ਜਾ ਰਿਹਾ ਸੀ। ਕੁਝ ਦਿਨ ਪਹਿਲਾਂ ਮੇਰੇ ਪਿਤਾ ਜੀ ਦੇ ਦੋਸਤ ਸਾਡੇ ਗੁਆਂਢ ਵਿੱਚ ਰਹਿਣ ਲਈ ਆ ਗਏ। ਉਹਨਾਂ ਦੀ ਇੱਕ ਬੇਟੀ ਸੀ ਜਿਸ ਦਾ ਨਾਮ ਸਰੀਤਾ ਸੀ। ਉਹ ਬਹੁਤ ਹੀ ਸੋਹਣੀ ਸੀ। ਸਰੀਤਾ ਕਦੇ-ਕਦੇ ਸਾਡੇ ਘਰ ਆ ਜਾਇਆ ਕਰਦੀ ਸੀ ਅਤੇ ਘਰ ਦੇ ਕੰਮਾਂ ਵਿੱਚ ਸਾਡਾ ਹੱਥ ਵੀ ਬਟਾ ਦਿੰਦੀ ਸੀ। ਉਹ ਦੇਖਣ ਵਿੱਚ ਜਿੰਨੀ ਖੂਬਸੂਰਤ ਸੀ, ਓਨੀ ਹੀ ਸੁਲਝੀ ਹੋਈ ਤੇ ਸਮਝਦਾਰ ਕੁੜੀ ਵੀ ਸੀ। ਹੌਲੀ-ਹੌਲੀ ਮੇਰੇ ਪਿਤਾ ਜੀ ਸਰੀਤਾ ਨੂੰ ਮੇਰੇ ਲਈ ਪਸੰਦ ਕਰਨ ਲੱਗੇ ਸੀ। ਉਹ ਕਹਿੰਦੇ ਸੀ ਕਿ ਤੇਰਾ ਵਿਆਹ ਸਰੀਤਾ ਦੇ ਨਾਲ ਹੀ ਕਰਾਂਗਾ। ਫਿਰ ਮੇਰੇ ਪਿਤਾ ਜੀ ਨੇ ਸਰੀਤਾ ਦੇ ਪਿਤਾ ਜੀ ਨਾਲ ਵੀ ਗੱਲ ਕੀਤੀ। ਉਹਨਾਂ ਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ। ਫਿਰ ਕੁਝ ਦਿਨਾਂ ਵਿੱਚ ਹੀ ਮੇਰਾ ਤੇ ਸਰੀਤਾ ਦਾ ਵਿਆਹ ਹੋ ਗਿਆ। ਸਰੀਤਾ ਦੁਲਹਨ ਬਣ ਕੇ ਸਾਡੇ ਘਰ ਆਈ। ਉਹ ਬਹੁਤ ਚੰਗੀ ਸੀ। ਮੇਰਾ ਤੇ ਸਰੀਤਾ ਦਾ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਸੀ। ਸਾਡੇ ਘਰ ਵਿੱਚ ਜਿਵੇਂ ਰੌਣਕ ਆ ਗਈ ਸੀ। ਫਿਰ ਅਚਾਨਕ ਪਿਤਾ ਜੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਵੀ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ। ਹੁਣ ਅਸੀਂ ਦੋਨੋਂ ਪਤੀ ਪਤਨੀ ਘਰ ਵਿੱਚ ਇਕੱਲੇ ਰਹਿ ਗਏ ਸੀ। ਮੈਂ ਆਫਿਸ ਚਲਾ ਜਾਂਦਾ ਤਾਂ ਸਰੀਤਾ ਪਿੱਛੇ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਉਸ ਨੂੰ ਇੱਕ ਮੋਬਾਈਲ ਫੋਨ ਗਿਫਟ ਕਰਾਂ। ਮੈਂ ਕੁਝ ਪੈਸੇ ਇਕੱਠੇ ਕੀਤੇ ਤੇ ਸਰੀਤਾ ਨੂੰ ਇੱਕ ਵਧੀਆ ਫੋਨ ਗਿਫਟ ਕੀਤਾ। ਮੋਬਾਈਲ ਫੋਨ ਨੂੰ ਲੈ ਕੇ ਸਰੀਤਾ ਬਹੁਤ ਖੁਸ਼ ਹੋਈ। ਉਸ ਦੀ ਖੁਸ਼ੀ ਨੂੰ ਦੇਖ ਕੇ ਮੇਰੇ ਦਿਲ ਨੂੰ ਵੀ ਸਕੂਨ ਮਿਲਿਆ ਕਿ ਚਲੋ ਮੈਂ ਇਸ ਲਈ ਕੁਝ ਤਾਂ ਕਰ ਪਾਇਆ, ਨਹੀਂ ਤਾਂ ਵਿਚਾਰੀ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ। ਸਾਡੇ ਦਿਨ ਐਵੇਂ ਹੀ ਵਧੀਆ ਗੁਜ਼ਰ ਰਹੇ ਸੀ। ਪਰ ਮੈਂ ਮਹਿਸੂਸ ਕੀਤਾ ਕਿ ਜਦ ਤੋਂ ਮੈਂ ਸਰੀਤਾ ਨੂੰ ਫ਼ੋਨ ਲੈ ਕੇ ਦਿੱਤਾ ਹੈ, ਉਹ ਜ਼ਿਆਦਾਤਰ ਟਾਈਮ ਫ਼ੋਨ 'ਤੇ ਹੀ ਲੱਗੀ ਰਹਿੰਦੀ ਹੈ। ਇੱਕ ਦਿਨ ਮੈਂ ਉਸ ਨੂੰ ਗੱਲਾਂ-ਗੱਲਾਂ ਵਿੱਚ ਕਹਿ ਹੀ ਦਿੱਤਾ ਕਿ ਜਦ ਤੋਂ ਤੈਨੂੰ ਫ਼ੋਨ ਮਿਲਿਆ ਹੈ ਤੂੰ ਤਾਂ ਮੈਨੂੰ ਭੁੱਲ ਹੀ ਗਈ ਆਂ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਹਾਂ, ਮੋਬਾਈਲ ਪਹਿਲੀ ਵਾਰ ਮਿਲਿਆ ਹੈ ਨਾ, ਇਸ ਲਈ ਇਸ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਹਨ ਕਿ ਮੈਂ ਇਹਨਾਂ ਨੂੰ ਦੇਖਾਂ ਵੀ ਨਾ। ਪਰ ਉਸ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਉਸ ਨੂੰ ਪਹਿਲੀ ਵਾਰ ਮੋਬਾਈਲ ਮਿਲਿਆ ਹੈ, ਕਿਉਂਕਿ ਉਸਨੇ ਕੋਈ ਵੀ ਸੈਟਿੰਗ ਬਾਰੇ ਮੈਨੂੰ ਨਹੀਂ ਪੁੱਛਿਆ ਸੀ। ਉਸਨੇ ਫ਼ੋਨ ਵਿੱਚ ਸਾਰੀਆਂ ਸੈਟਿੰਗਸ ਆਪ ਹੀ ਕਰ ਲਈਆਂ ਸੀ, ਖੁਦ ਹੀ WhatsApp ਵੀ ਬਣਾ ਲਿਆ ਸੀ। ਪਰ ਮੈਂ ਉਸ 'ਤੇ ਕੋਈ ਸ਼ੱਕ ਨਹੀਂ ਕੀਤਾ ਸੀ। ਪਰ ਗੱਲ ਜਦ ਹੱਦ ਤੋਂ ਜ਼ਿਆਦਾ ਹੋ ਜਾਵੇ ਤਾਂ ਸ਼ੱਕ ਤਾਂ ਆਪਣੇ ਆਪ ਹੀ ਹੋ ਜਾਂਦਾ ਹੈ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੇਰੇ ਤੋਂ ਕੋਈ ਗੱਲ ਲੁਕੋ ਰਹੀ ਹੈ। ਗਰਮੀਆਂ ਦੇ ਦਿਨ ਸਨ ਤੇ ਗਰਮੀ ਵੀ ਬਹੁਤ ਜ਼ਿਆਦਾ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਸਰੀਤਾ ਨਹਾਉਣ ਲਈ ਬਾਥਰੂਮ ਵਿੱਚ ਚਲੇ ਜਾਂਦੀ ਤੇ ਘੰਟਾ-ਘੰਟਾ ਬਾਥਰੂਮ ਵਿੱਚੋਂ ਬਾਹਰ ਹੀ ਨਾ ਆਉਂਦੀ। ਜਦ ਮੈਂ ਉਸ ਨੂੰ ਪੁੱਛਦਾ ਕਿ ਇੰਨਾ ਟਾਈਮ ਬਾਥਰੂਮ ਵਿੱਚ ਕੀ ਕਰਦੀ ਏਂ, ਤਾਂ ਕਹਿੰਦੀ ਕਿ ਗਰਮੀ ਬਹੁਤ ਜ਼ਿਆਦਾ ਹੈ, ਇਸ ਲਈ ਮੈਂ ਕੁਝ ਟਾਈਮ ਪਾਣੀ ਵਿੱਚ ਰਹਿੰਦੀ ਹਾਂ ਤਾਂ ਕਿ ਮੈਨੂੰ ਗਰਮੀ ਤੋਂ ਰਾਹਤ ਮਿਲ ਸਕੇ। ਪਰ ਉਸ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਮੇਰੇ ਤੋਂ ਕੁਝ ਲੁਕੋ ਰਹੀ ਹੈ, ਕਿਉਂਕਿ ਗੱਲ ਕਰਦੇ ਸਮੇਂ ਉਹ ਆਪਣੀ ਨਜ਼ਰ ਚੁਰਾ ਰਹੀ ਸੀ। ਮੇਰੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਰਹੀ ਸੀ, ਪਰ ਮੈਂ ਉਸ ਨੂੰ ਜ਼ਿਆਦਾ ਸਵਾਲ ਜਵਾਬ ਨਹੀਂ ਕੀਤੇ। ਪਰ ਹੁਣ ਇਹ ਸਿਲਸਿਲਾ ਹਰ ਰੋਜ਼ ਦਾ ਹੀ ਹੋ ਗਿਆ ਸੀ। ਉਹ ਹਰ ਰੋਜ਼ ਬਾਥਰੂਮ ਵਿੱਚ ਜਾਂਦੀ ਤੇ ਘੰਟਾ-ਘੰਟਾ ਬਾਹਰ ਹੀ ਨਾ ਆਉਂਦੀ। ਮੈਨੂੰ ਹੁਣ ਉਸ 'ਤੇ ਸ਼ੱਕ ਹੋਣ ਲੱਗਿਆ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਬਾਥਰੂਮ ਵਿੱਚ ਜਾ ਕੇ ਘੰਟਾ-ਘੰਟਾ ਕਿਸੇ ਨਾਲ ਫ਼ੋਨ 'ਤੇ ਗੱਲ ਕਰਦੀ ਹੈ। ਇੱਕ ਦਿਨ ਮੈਂ ਕਿਸੇ ਨੂੰ ਜ਼ਰੂਰੀ ਫ਼ੋਨ ਕਰਨਾ ਸੀ ਤੇ ਮੇਰੇ ਫ਼ੋਨ ਵਿੱਚ ਬੈਲੈਂਸ ਨਹੀਂ ਸੀ। ਜਦ ਫ਼ੋਨ ਕਰਨ ਲਈ ਮੈਂ ਉਸ ਦਾ ਫ਼ੋਨ ਚੁੱਕਿਆ ਤਾਂ ਉਸ ਦੇ ਫ਼ੋਨ 'ਤੇ ਲੌਕ ਲੱਗਿਆ ਹੋਇਆ ਸੀ। ਇਹ ਸਭ ਦੇਖ ਕੇ ਮੈਂ ਹੈਰਾਨ ਹੋਇਆ ਤੇ ਉਸ ਨੂੰ ਪੁੱਛਿਆ ਕਿ ਘਰ ਵਿੱਚ ਅਸੀਂ ਦੋਨੋਂ ਪਤੀ ਪਤਨੀ ਹੀ ਤਾਂ ਹਾਂ, ਫਿਰ ਫ਼ੋਨ ਵਿੱਚ ਲੌਕ ਲਗਾਉਣ ਦੀ ਕੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਸਭ ਦੀ ਆਪਣੀ-ਆਪਣੀ ਪ੍ਰਾਈਵੇਸੀ ਹੁੰਦੀ ਹੈ, ਇਸ ਲਈ ਮੈਂ ਫ਼ੋਨ 'ਤੇ ਲੌਕ ਲਗਾ ਦਿੱਤਾ। ਮੈਂ ਉਸ ਨੂੰ ਪਾਸਵਰਡ ਪੁੱਛਿਆ। ਉਹ ਪਾਸਵਰਡ ਦੱਸਣਾ ਹੀ ਨਹੀਂ ਚਾਹੁੰਦੀ ਸੀ, ਪਰ ਮੇਰੇ ਕਈ ਵਾਰ ਪੁੱਛਣ 'ਤੇ ਉਸਨੇ ਦੱਸ ਦਿੱਤਾ। ਉਸਨੇ ਮੈਨੂੰ ਪਾਸਵਰਡ ਦੱਸ ਤਾਂ ਦਿੱਤਾ ਸੀ, ਪਰ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਦੇ ਮੋਬਾਈਲ ਵਿੱਚ ਕੁਝ ਅਜਿਹੀ ਗੱਲ ਛੁਪੀ ਹੋਈ ਹੈ ਜਿਸ ਨੂੰ ਦੇਖ ਕੇ ਤੂਫਾਨ ਆ ਜਾਵੇਗਾ। ਪਰ ਮੈਂ ਉਸਦੇ ਮੋਬਾਈਲ ਨਾਲ ਜ਼ਿਆਦਾ ਛੇੜਛਾੜ ਨਹੀਂ ਕੀਤੀ, ਬਸ ਆਪਣਾ ਜ਼ਰੂਰੀ ਫ਼ੋਨ ਕੀਤਾ ਤੇ ਉਸ ਦਾ ਫ਼ੋਨ ਵਾਪਸ ਦੇ ਦਿੱਤਾ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਨੇ ਅਗਲੇ ਦਿਨ ਆਪਣੇ ਫ਼ੋਨ ਦਾ ਪਾਸਵਰਡ ਹੀ ਚੇਂਜ ਕਰ ਦਿੱਤਾ। ਆਪਣੀ ਪਤਨੀ ਦੀ ਇਹ ਹਰਕਤ ਦੇਖ ਕੇ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਆਖਿਰ ਸਰੀਤਾ ਲੁਕ ਕੇ ਕਿਸ ਨਾਲ ਗੱਲਾਂ ਕਰਦੀ ਹੈ ਤੇ ਮੇਰੇ ਤੋਂ ਕੀ ਲੁਕੋ ਰਹੀ ਹੈ। ਮੈਂ ਉਸ ਨੂੰ ਸਿੱਧਾ ਪੁੱਛ ਵੀ ਨਹੀਂ ਸਕਦਾ ਸੀ। ਮੈਂ ਆਪਣੀ ਪਤਨੀ 'ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ।
ਪਰ ਉਹ ਹਰਕਤਾਂ ਹੀ ਅਜਿਹੀਆਂ ਕਰ ਰਹੀ ਸੀ ਕਿ ਨਾ ਚਾਹੁੰਦੇ ਹੋਏ ਵੀ ਮੈਨੂੰ ਉਸ 'ਤੇ ਸ਼ੱਕ ਕਰਨਾ ਪੈ ਰਿਹਾ ਸੀ। ਫਿਰ ਇੱਕ ਦਿਨ ਸਰੀਤਾ ਜਦ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਉਸਦੇ ਫ਼ੋਨ 'ਤੇ ਇੱਕ ਅਨਨੋਨ ਨੰਬਰ ਤੋਂ ਫ਼ੋਨ ਆਇਆ, ਪਰ ਉਸਨੇ ਨੰਬਰ ਸੇਵ ਨਹੀਂ ਕੀਤਾ ਹੋਇਆ ਸੀ। ਮੈਂ ਜਲਦੀ ਨਾਲ ਉਹ ਨੰਬਰ ਆਪਣੇ ਫ਼ੋਨ ਵਿੱਚ ਸੇਵ ਕਰ ਲਿਆ ਤਾਂ ਕਿ ਪਤਾ ਲਗਾ ਸਕਾਂ ਕਿ ਇਹ ਨੰਬਰ ਕਿਸ ਦਾ ਹੈ ਤੇ ਸਰੀਤਾ ਮੇਰੇ ਤੋਂ ਕੀ ਲੁਕੋ ਰਹੀ ਹੈ। ਉਸ ਨੰਬਰ 'ਤੇ ਮੈਂ ਫ਼ੋਨ ਲਗਾਇਆ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਮੈਂ ਕਈ ਦਿਨ ਫ਼ੋਨ ਲਗਾਉਂਦਾ ਰਿਹਾ। ਆਖਿਰ ਇੱਕ ਦਿਨ ਕਿਸੇ ਨੇ ਫ਼ੋਨ ਚੁੱਕ ਲਿਆ, ਪਰ ਕਿਸੇ ਦੀ ਕੋਈ ਆਵਾਜ਼ ਨਹੀਂ ਆਈ, ਸਿਰਫ ਸਾਹ ਚੱਲ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਸ਼ਖਸ ਇਹ ਚਾਹੁੰਦਾ ਸੀ ਕਿ ਪਹਿਲਾਂ ਮੈਂ ਬੋਲਾਂ, ਪਰ ਮੈਂ ਵੀ ਕੁਝ ਨਹੀਂ ਬੋਲਿਆ ਤੇ ਫ਼ੋਨ ਕੱਟ ਦਿੱਤਾ। ਮੈਨੂੰ ਇਸ ਨੰਬਰ ਦਾ ਪਤਾ ਲਗਾਉਣਾ ਸੀ ਕਿ ਆਖਿਰ ਇਹ ਨੰਬਰ ਹੈ ਕਿਸ ਦਾ। ਮੇਰਾ ਇੱਕ ਦੋਸਤ ਫ਼ੋਨ ਏਜੰਸੀ ਵਿੱਚ ਲੱਗਿਆ ਹੋਇਆ ਸੀ। ਮੈਂ ਉਸ ਨੂੰ ਕਿਹਾ ਕਿ ਇਸ ਨੰਬਰ ਦੀ ਲੋਕੇਸ਼ਨ ਪਤਾ ਕਰੋ। ਇਸ ਗੱਲ 'ਤੇ ਉਸਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੈ, ਕੋਈ ਪਰੇਸ਼ਾਨੀ ਹੈ ਕੀ? ਤਾਂ ਮੈਂ ਉਸ ਨੂੰ ਟਾਲਦੇ ਹੋਏ ਕਿਹਾ ਕਿ ਕੋਈ ਪਰੇਸ਼ਾਨੀ ਨਹੀਂ ਹੈ, ਬਸ ਮੈਨੂੰ ਇਸ ਨੰਬਰ ਦੀ ਲੋਕੇਸ਼ਨ ਚਾਹੀਦੀ ਹੈ। ਫਿਰ ਉਸਨੇ ਮੇਰੇ ਤੋਂ ਨੰਬਰ ਲੈ ਲਿਆ ਤੇ ਕਿਹਾ ਕਿ 5 ਦਿਨਾਂ ਬਾਅਦ ਮੈਂ ਤੈਨੂੰ ਇਸ ਨੰਬਰ ਦੀ ਲੋਕੇਸ਼ਨ ਭੇਜ ਦੇਵਾਂਗਾ। ਪਤਾ ਨਹੀਂ ਕਿਉਂ ਜਦ ਤੋਂ ਉਹ ਨੰਬਰ ਮੈਨੂੰ ਮਿਲਿਆ ਸੀ ਮੈਨੂੰ ਬੇਚੈਨੀ ਜਿਹੀ ਰਹਿਣ ਲੱਗੀ ਸੀ। ਮੇਰੇ ਮਨ ਨੂੰ ਅਜੀਬ ਜਿਹੀ ਘਬਰਾਹਟ ਹੋਣ ਲੱਗੀ ਸੀ। ਇੱਕ ਦਿਨ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਉਹ ਮੇਰੇ ਨਾਲ ਖੁਸ਼ ਤਾਂ ਹੈ, ਤਾਂ ਉਹ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਬਹੁਤ ਖੁਸ਼ ਹਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਪਰ ਤੁਸੀਂ ਇਹ ਸਭ ਕਿਉਂ ਪੁੱਛ ਰਹੇ ਹੋ? ਉਸ ਦੀਆਂ ਗੱਲਾਂ ਤੋਂ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮੈਨੂੰ ਕਦੇ ਧੋਖਾ ਨਹੀਂ ਦੇਵੇਗੀ ਤੇ ਉਹ ਸੱਚ ਬੋਲ ਰਹੀ ਹੈ। ਪਰ ਸ਼ੱਕ ਇਨਸਾਨ ਨੂੰ ਬਰਬਾਦ ਕਰ ਦਿੰਦਾ ਹੈ ਤੇ ਜੀਣ ਨਹੀਂ ਦਿੰਦਾ। ਇਸ ਲਈ ਮੈਂ ਵੀ ਇਹ ਸ਼ੱਕ ਦੂਰ ਕਰਨਾ ਚਾਹੁੰਦਾ ਸੀ। ਜੇ ਮੈਂ ਗਲਤ ਨਿਕਲਦਾ ਤਾਂ ਮੈਂ ਆਪਣੇ ਆਪ ਨੂੰ ਕਦੇ ਮਾफ़ ਨਹੀਂ ਕਰ ਸਕਦਾ, ਤੇ ਜੇ ਮੇਰੀ ਪਤਨੀ ਗਲਤ ਹੁੰਦੀ ਤਾਂ ਮੈਂ ਕੀ ਕਰਦਾ? ਇਸ ਲਈ ਮੈਂ ਇਸ ਸ਼ੱਕ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ। ਹੁਣ ਮੈਨੂੰ ਆਪਣੇ ਦੋਸਤ ਦੇ ਮੈਸੇਜ ਦਾ ਇੰਤਜ਼ਾਰ ਸੀ। ਕੁਝ ਦਿਨਾਂ ਬਾਅਦ ਮੇਰੇ ਦੋਸਤ ਨੇ ਉਸ ਫ਼ੋਨ ਦੇ ਨੰਬਰ ਦੀ ਲੋਕੇਸ਼ਨ ਭੇਜ ਦਿੱਤੀ। ਜਦ ਉਸ ਲੋਕੇਸ਼ਨ ਦੇ ਬਾਰੇ ਮੈਨੂੰ ਪਤਾ ਚੱਲਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਇਹ ਲੋਕੇਸ਼ਨ ਇੱਕ ਕੋਠੇ ਦੀ ਸੀ ਜਿੱਥੇ ਮਰਦ ਆਪਣੀ ਤਨਹਾਈ ਦੂਰ ਕਰਨ ਲਈ ਜਾਂਦੇ ਹਨ। ਮੇਰੀ ਪਤਨੀ ਕਿਸੇ ਅਜਿਹੇ ਸ਼ਖਸ ਨਾਲ ਗੱਲ ਕਰਦੀ ਸੀ ਜਿਹੜਾ ਕਿ ਉਸ ਕੋਠੇ ਦੇ ਵਿੱਚ ਰਹਿੰਦਾ ਸੀ। ਆਖਿਰ ਉਹ ਕੌਣ ਸੀ ਜਿਸ ਨਾਲ ਸਰੀਤਾ ਗੱਲ ਕਰਦੀ ਸੀ, ਤੇ ਸਰੀਤਾ ਦਾ ਉਸ ਸ਼ਖਸ ਨਾਲ ਕੀ ਤਾਲੁਕ ਸੀ ਜਿਹੜਾ ਅਜਿਹੀ ਜਗ੍ਹਾ 'ਤੇ ਰਹਿੰਦਾ ਹੋਵੇ? ਅਜਿਹੀ ਜਗ੍ਹਾ 'ਤੇ ਕੌਣ ਰਹਿੰਦਾ ਹੈ ਤੇ ਇਹ ਤਾਂ ਸਭ ਚੰਗੀ ਤਰ੍ਹਾਂ ਜਾਣਦੇ ਹਨ। ਮੈਨੂੰ ਆਪਣੀ ਪਤਨੀ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਅਜਿਹੀ ਜਗ੍ਹਾ ਜਾਂਦੀ ਹੈ ਜਾਂ ਕਿਸੇ ਨਾਲ ਗੱਲ ਕਰਦੀ ਹੈ। ਲੋਕੇਸ਼ਨ ਪਤਾ ਲੱਗਣ ਤੋਂ ਬਾਅਦ ਮੈਂ ਉਸ ਜਗ੍ਹਾ 'ਤੇ ਜਾ ਕੇ ਸਭ ਪਤਾ ਕਰਨਾ ਚਾਹੁੰਦਾ ਸੀ ਕਿ ਆਖਿਰ ਮੇਰੀ ਪਤਨੀ ਕਿਸ ਨਾਲ ਗੱਲਾਂ ਕਰਦੀ ਹੈ। ਰਸਤੇ ਵਿੱਚ ਜਾਂਦੇ ਵਕਤ ਮੇਰੇ ਦਿਮਾਗ ਵਿੱਚ ਅਜੀਬੋ-ਗਰੀਬ ਜਿਹੇ ਸਵਾਲ ਆ ਰਹੇ ਸੀ। ਇਹ ਸਭ ਸੋਚਦਾ ਮੈਂ ਉੱਥੇ ਪਹੁੰਚ ਗਿਆ। ਜਦ ਮੈਂ ਉੱਥੇ ਪਹੁੰਚਿਆ ਤਾਂ ਸ਼ਾਮ ਦਾ ਵਕਤ ਸੀ ਤੇ ਸਾਰੀਆਂ ਔਰਤਾਂ ਸਜੀਆਂ-ਧਜੀਆਂ ਬੈਠੀਆਂ ਸਨ। ਮੈਨੂੰ ਦੇਖ ਕੇ ਉਹ ਮੇਰੇ ਕਰੀਬ ਆਉਣ ਲੱਗੀਆਂ। ਮੈਂ ਕਿਹਾ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ। ਮੈਂ ਉੱਥੇ ਖੜਾ ਹੋ ਕੇ ਉਸੀ ਨੰਬਰ 'ਤੇ ਫ਼ੋਨ ਲਗਾਇਆ। ਮੇਰੇ ਫ਼ੋਨ ਕਰਦੇ ਹੀ ਫ਼ੋਨ ਦੀ ਰਿੰਗਟੋਨ ਉੱਥੇ ਹੀ ਕਿਸੇ ਕੋਲ ਵੱਜਣ ਲੱਗੀ। ਕੁਝ ਦੇਰ ਬਾਅਦ ਉਹ ਫ਼ੋਨ ਕੱਟ ਗਿਆ ਤੇ ਰਿੰਗਟੋਨ ਵੀ ਬੰਦ ਹੋ ਗਈ। ਇਸ ਦਾ ਮਤਲਬ ਤਾਂ ਇਹੀ ਸੀ ਕਿ ਮੈਂ ਜਿਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਉੱਥੇ ਹੀ ਮੌਜੂਦ ਸੀ। ਮੈਂ ਫਿਰ ਤੋਂ ਫ਼ੋਨ ਲਗਾਇਆ ਤੇ ਫਿਰ ਤੋਂ ਰਿੰਗਟੋਨ ਵੱਜਣ ਲੱਗੀ। ਮੈਂ ਉਸ ਰਿੰਗਟੋਨ ਦੀ ਤਰਫ ਜਾਣ ਲੱਗਿਆ ਤਾਂ ਦੇਖਿਆ ਇੱਕ ਛੋਟਾ ਜਿਹਾ ਕਮਰਾ ਸੀ ਜਿਸ ਦੇ ਅੰਦਰ ਤੋਂ ਆਵਾਜ਼ ਆ ਰਹੀ ਸੀ। ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਕਮਰੇ ਦੇ ਅੰਦਰ ਗਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉੱਥੇ ਇੱਕ ਮੰਜੇ 'ਤੇ ਬੁੱਢੀ ਔਰਤ ਬੈਠੀ ਸੀ। ਉਸ ਕਮਰੇ ਵਿੱਚ ਜਾਂਦੇ ਹੀ ਮੇਰੀ ਨਜ਼ਰ ਕਮਰੇ ਦੀ ਦੀਵਾਰ 'ਤੇ ਲਟਕ ਰਹੀ ਤਸਵੀਰ 'ਤੇ ਪਈ, ਜਿਸ ਨੂੰ ਦੇਖ ਕੇ ਮੈਨੂੰ ਪਸੀਨੇ ਆਉਣ ਲੱਗ ਪਏ, ਕਿਉਂਕਿ ਉਹ ਤਸਵੀਰ ਕਿਸੇ ਹੋਰ ਦੀ ਨਹੀਂ ਸਗੋਂ ਮੇਰੀ ਪਤਨੀ ਸਰੀਤਾ ਦੀ ਸੀ। ਉਹ ਮੈਨੂੰ ਦੇਖਦੇ ਹੀ ਬੜੀ ਹੈਰਾਨੀ ਨਾਲ ਬੋਲੀ, "ਬੇਟਾ ਤੂੰ?" ਜਿਵੇਂ ਉਹ ਮੈਨੂੰ ਜਾਣਦੀ ਹੋਵੇ। ਮੈਂ ਉਸ ਨੂੰ ਗੁੱਸੇ ਨਾਲ ਕਿਹਾ, "ਮੈਂ ਤੁਹਾਡਾ ਬੇਟਾ ਨਹੀਂ। ਕੌਣ ਹੋ ਤੁਸੀਂ ਤੇ ਮੇਰੀ ਪਤਨੀ ਨੂੰ ਕਿਵੇਂ ਜਾਣਦੇ ਹੋ? ਮੇਰੀ ਪਤਨੀ ਦੀ ਤਸਵੀਰ ਤੁਹਾਡੇ ਕਮਰੇ ਵਿੱਚ ਕੀ ਕਰ ਰਹੀ ਹੈ? ਮੇਰੀ ਪਤਨੀ ਨਾਲ ਤੁਹਾਡਾ ਕੀ ਤਾਲੁਕ ਹੈ? ਤੁਹਾਡੇ ਵਰਗੇ ਲੋਕਾਂ ਦਾ ਸਾਡੇ ਵਰਗੇ ਸ਼ਰੀਫ ਲੋਕਾਂ ਨਾਲ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ।" ਮੈਂ ਗੁੱਸੇ ਵਿੱਚ ਪਤਾ ਨਹੀਂ ਉਸ ਔਰਤ ਨੂੰ ਕੀ ਕਹਿ ਦਿੱਤਾ। ਮੇਰੀਆਂ ਗੱਲਾਂ ਸੁਣ ਕੇ ਉਸ ਔਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਫਿਰ ਉਸ ਨੇ ਮੈਨੂੰ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਮੈਨੂੰ ਆਪਣੀਆਂ ਗੱਲਾਂ 'ਤੇ ਪਛਤਾਵਾ ਹੋਣ ਲੱਗਾ। ਉਸਨੇ ਕਿਹਾ, "ਸੱਚ ਕਹਿ ਰਿਹਾ ਏਂ ਬੇਟਾ ਤੂੰ। ਸਾਡੇ ਵਰਗੇ ਲੋਕਾਂ ਦਾ ਤੁਹਾਡੇ ਵਰਗੇ ਲੋਕਾਂ ਨਾਲ ਕੋਈ ਤਾਲੁਕ ਨਹੀਂ ਹੋਣਾ ਚਾਹੀਦਾ। ਇਸ ਲਈ ਮੈਂ ਤੁਹਾਡੇ ਵਰਗੇ ਲੋਕਾਂ ਨਾਲ ਕੋਈ ਤਾਲੁਕ ਰੱਖਣਾ ਵੀ ਨਹੀਂ ਚਾਹੁੰਦੀ ਹਾਂ, ਪਰ ਦਿਲ ਦੇ ਹੱਥੋਂ ਮਜਬੂਰ ਹਾਂ।
ਸਿਰਫ ਫ਼ੋਨ 'ਤੇ ਹੀ ਗੱਲ ਕਰਦੀ ਹਾਂ ਕਿਉਂਕਿ ਤੇਰੀ ਪਤਨੀ ਸਰੀਤਾ ਮੇਰੀ ਬੇਟੀ ਹੈ। ਸਰੀਤਾ ਦੇ ਪਿਤਾ ਨੇ ਜਦ ਮੇਰੇ ਨਾਲ ਵਿਆਹ ਕੀਤਾ ਸੀ ਤਾਂ ਉਸਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਇੱਕ ਕੋਠੇ 'ਤੇ ਰਹਿਣ ਵਾਲੀ ਇੱਕ ਤਬਾਇਕ ਹਾਂ। ਇੰਨਾ ਸਭ ਕੁਝ ਜਾਣਨ ਦੇ ਬਾਅਦ ਵੀ ਉਹ ਮੈਨੂੰ ਆਪਣੀ ਦੁਲਹਨ ਬਣਾ ਕੇ ਆਪਣੇ ਘਰ ਲੈ ਕੇ ਗਏ। ਮੈਂ ਇੱਥੋਂ ਦੀ ਜ਼ਿੰਦਗੀ ਭੁੱਲ ਗਈ ਸੀ ਤੇ ਆਪਣੇ ਪਤੀ ਨਾਲ ਇੱਜ਼ਤ ਦੀ ਜ਼ਿੰਦਗੀ ਜਿਉਣ ਲੱਗੀ ਸੀ। ਫਿਰ ਜਦੋਂ ਸਰੀਤਾ ਪੈਦਾ ਹੋਈ ਤਾਂ ਪਤਾ ਨਹੀਂ ਇਸਦੇ ਪਿਤਾ ਜੀ ਨੂੰ ਕੀ ਹੋ ਗਿਆ। ਉਹ ਮੈਨੂੰ ਨਫ਼ਰਤ ਕਰਨ ਲੱਗੇ। ਉਹ ਚਾਹੁੰਦੇ ਸੀ ਕਿ ਮੈਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਨਿਕਲ ਜਾਵਾਂ। ਕਦੇ-ਕਦੇ ਤਾਂ ਉਹ ਮੈਨੂੰ ਕੁੱਟਦੇ ਮਾਰਦੇ ਵੀ ਸਨ। ਮੈਂ ਇਹ ਸਭ ਬਰਦਾਸ਼ਤ ਕਰਦੇ-ਕਰਦੇ ਥੱਕ ਚੁੱਕੀ ਸੀ। ਹੁਣ ਮੈਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਨਿਕਲ ਜਾਣਾ ਚਾਹੁੰਦੀ ਸੀ, ਪਰ ਮੈਂ ਆਪਣੀ ਬੇਟੀ ਨੂੰ ਆਪਣੇ ਨਾਲ ਨਹੀਂ ਲਿਆਉਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਇਸ ਕੋਠੇ 'ਤੇ ਹੀ ਵਾਪਸ ਆਉਣਾ ਪਵੇਗਾ ਤੇ ਜੇ ਮੇਰੀ ਬੇਟੀ ਵੀ ਇਸ ਕੋਠੇ 'ਤੇ ਆ ਗਈ ਤਾਂ ਉਸ ਦੀ ਜ਼ਿੰਦਗੀ ਵੀ ਮੇਰੀ ਵਰਗੀ ਬਣ ਜਾਵੇਗੀ। ਇਸ ਲਈ ਇੱਕ ਰਾਤ ਮੈਂ ਆਪਣੀ ਬੇਟੀ ਨੂੰ ਉੱਥੇ ਹੀ ਛੱਡ ਕੇ ਇਸ ਕੋਠੇ 'ਤੇ ਆ ਗਈ। ਮੈਂ ਆ ਤਾਂ ਗਈ ਪਰ ਮੇਰਾ ਦਿਲ ਬਾਰ-ਬਾਰ ਇਸ ਨੂੰ ਮਿਲਣ ਨੂੰ ਕਰਦਾ। ਮੈਂ ਕਦੇ-ਕਦੇ ਸਰੀਤਾ ਨੂੰ ਦੂਰ ਤੋਂ ਦੇਖ ਲੈਂਦੀ ਸੀ ਜਿਸ ਨਾਲ ਮੇਰੇ ਦਿਲ ਨੂੰ ਥੋੜ੍ਹਾ ਸਕੂਨ ਮਿਲਦਾ ਸੀ ਕਿ ਸਰੀਤਾ ਦੇ ਪਿਤਾ ਜੀ ਇਸ ਦਾ ਚੰਗੀ ਤਰ੍ਹਾਂ ਖਿਆਲ ਰੱਖਦੇ ਹਨ। ਫਿਰ ਹੌਲੀ-ਹੌਲੀ ਸਰੀਤਾ ਵੱਡੀ ਹੁੰਦੀ ਗਈ ਤੇ ਇਹ ਸਕੂਲ ਜਾਣ ਲੱਗ ਪਈ ਤਾਂ ਮੈਂ ਇਸ ਨੂੰ ਸਕੂਲ ਆਉਂਦੀ ਜਾਂਦੀ ਨੂੰ ਦੇਖ ਲੈਂਦੀ ਸੀ। ਇਸੇ ਤਰ੍ਹਾਂ ਹੌਲੀ-ਹੌਲੀ ਸਰੀਤਾ ਵੱਡੀ ਹੋ ਗਈ ਤੇ ਇੱਕ ਦਿਨ ਮੈਂ ਇਸ ਨੂੰ ਦੱਸ ਦਿੱਤਾ ਕਿ ਬੇਟੀ ਮੈਂ ਤੇਰੀ ਮਾਂ ਹਾਂ। ਮੈਂ ਸਰੀਤਾ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਕਿ ਮੈਂ ਕੌਣ ਹਾਂ ਤੇ ਕਿੱਥੇ ਰਹਿੰਦੀ ਹਾਂ ਤੇ ਇਹ ਵੀ ਕਿਹਾ ਕਿ ਇਹ ਸਭ ਗੱਲਾਂ ਤੂੰ ਆਪਣੇ ਪਾਪਾ ਨੂੰ ਨਾ ਦੱਸੀ। ਫਿਰ ਸਰੀਤਾ ਮੇਰੇ ਨਾਲ ਫ਼ੋਨ 'ਤੇ ਗੱਲ ਕਰਨ ਲੱਗੀ ਸੀ। ਮੈਂ ਉਸ ਨੂੰ ਫ਼ੋਨ ਦਵਾ ਦਿੱਤਾ ਸੀ ਪਰ ਜਦ ਉਸ ਦੇ ਪਾਪਾ ਨੂੰ ਪਤਾ ਚੱਲਿਆ ਕਿ ਉਹ ਫ਼ੋਨ 'ਤੇ ਮੇਰੇ ਨਾਲ ਗੱਲਾਂ ਕਰਦੀ ਹੈ ਤਾਂ ਉਹਨਾਂ ਨੇ ਫ਼ੋਨ ਤੋੜ ਕੇ ਸੁੱਟ ਦਿੱਤਾ। ਉਸ ਤੋਂ ਬਾਅਦ ਮੇਰੇ ਨਾਲ ਸਰੀਤਾ ਦੀ ਗੱਲ ਨਹੀਂ ਹੋ ਪਾ ਰਹੀ ਸੀ। ਫਿਰ ਇੱਕ ਵਾਰ ਮੈਂ ਉਸ ਨੂੰ ਮਿਲਣ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਵਿਆਹ ਤੇਰੇ ਨਾਲ ਹੋਣ ਵਾਲਾ ਹੈ। ਉਸ ਨੇ ਮੈਨੂੰ ਤੇਰੀ ਤਸਵੀਰ ਵੀ ਦਿਖਾਈ ਸੀ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਮੇਰੀ ਬੇਟੀ ਇੱਜ਼ਤ ਨਾਲ ਕਿਸੇ ਦੀ ਪਤਨੀ ਬਣੇਗੀ। ਵਿਆਹ ਤੋਂ ਕੁਝ ਦਿਨਾਂ ਬਾਅਦ ਸਰੀਤਾ ਨੇ ਮੈਨੂੰ ਫ਼ੋਨ ਕੀਤਾ ਤੇ ਦੱਸਿਆ ਕਿ ਤੂੰ ਉਸ ਨੂੰ ਇੱਕ ਫ਼ੋਨ ਗਿਫਟ ਕੀਤਾ ਹੈ। ਉਸ ਦਿਨ ਤੋਂ ਮੇਰੇ ਨਾਲ ਗੱਲਾਂ ਕਰਨ ਲੱਗੀ। ਸਰੀਤਾ ਦੀ ਮਾਂ ਨੇ ਜਦ ਮੈਨੂੰ ਇਹ ਸਭ ਦੱਸਿਆ ਤਾਂ ਮੈਨੂੰ ਆਪਣੇ ਕਹੇ 'ਤੇ ਬਹੁਤ ਸ਼ਰਮਿੰਦਗੀ ਹੋਈ। ਮੈਂ ਉਹਨਾਂ ਕੋਲੋਂ ਮਾफ़ੀ ਮੰਗੀ। ਮੈਂ ਉਹਨਾਂ ਨੂੰ ਆਪਣੇ ਨਾਲ ਘਰ ਲੈ ਆਇਆ। ਉਹ ਮੇਰੇ ਨਾਲ ਆਉਣਾ ਨਹੀਂ ਚਾਹੁੰਦੇ ਸਨ ਪਰ ਮੈਂ ਜ਼ਬਰਦਸਤੀ ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ। ਸਰੀਤਾ ਆਪਣੀ ਮਾਂ ਨੂੰ ਦੇਖ ਕੇ ਉਹਨਾਂ ਨੂੰ ਗਲੇ ਲਗਾ ਕੇ ਰੋਣ ਲੱਗ ਪਈ। ਮੈਂ ਸਰੀਤਾ ਨੂੰ ਸਾਰੀ ਗੱਲ ਦੱਸੀ। ਸਰੀਤਾ ਦੀ ਮਾਂ ਹੁਣ ਸਾਡੇ ਨਾਲ ਹੀ ਰਹਿੰਦੀ ਹੈ ਤੇ ਸਰੀਤਾ ਵੀ ਹੁਣ ਬਹੁਤ ਜ਼ਿਆਦਾ ਖੁਸ਼ ਰਹਿੰਦੀ ਹੈ। ਹੁਣ ਉਸਨੇ ਆਪਣੇ ਫ਼ੋਨ ਤੋਂ ਲੌਕ ਵੀ ਹਟਾ ਦਿੱਤਾ। ਹੁਣ ਅਸੀਂ ਸਾਰੇ ਖੁਸ਼ੀ-ਖੁਸ਼ੀ ਰਹਿ ਰਹੇ ਹਾਂ। ਇਹ ਸਭ ਦੇਖ ਕੇ ਮੈਨੂੰ ਬਹੁਤ ਸਕੂਨ ਮਿਲਦਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਬਹੁਤ ਵਧੀਆ ਕੰਮ ਕੀਤਾ ਹੈ, ਇੱਕ ਮਾਂ ਤੇ ਬੇਟੀ ਨੂੰ ਮਿਲਾ ਕੇ। ਦੋਸਤੋ, ਸ਼ੱਕ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਬੰਦੇ ਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ। ਪਤੀ ਪਤਨੀ ਵਿੱਚ ਅਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਦਿਲ ਦੀ ਗੱਲ ਇੱਕ ਦੂਜੇ ਨਾਲ ਕਰ ਸਕਣ ਤੇ ਇੱਕ ਦੂਜੇ ਨੂੰ ਸਮਝ ਸਕਣ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।